ਅੱਜ ਦੇਖਿਆ ਜਾਵੇ ਤਾਂ ਅੱਜ ਕੁੱਖ ਵੀ ਨਹੀਂ ਬਦਲਿਆ। ਜੋ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੀ ਸੋਚ ਜੋ ਕਹਿ ਕੇ ਗਏ ਆ ਕਿ ਲੋਕਾਂ ਨੂੰ ਹਜੇ ਆਜ਼ਾਦੀ ਦੀ ਲੜਾਈ ਲੜਨੀ ਪੈਣੀ ਹੈ ਨਾ, ਉਹ ਲੜਾਈ ਸਾਡੇ ਸਾਹਮਣੇ ਖੜੀ ਹੈ। ਅੱਜ ਸਾਡਾ ਦੇਸ਼ ਆਜ਼ਾਦ ਨਹੀਂ। ਜਦੋਂ ਸਾਡੇ ਦੇਸ਼ ਦੇ ਅੰਦਰ ਬਾਹਰੀ ਤਾਕਤਾਂ ਦੇ ਇਸ਼ਾਰਿਆਂ ਤੇ ਦੇਸ਼ ਦੇ ਪ੍ਰਿੰਸੀਪਲ ਸੈਕਟਰੀ ਵਰਗੇ ਅਹੁਦੇਦਾਰਾਂ ਨੂੰ ਬਦਲਿਆ ਜਾਂਦਾ ਹੋਵੇ, ਜਦੋਂ ਇੱਥੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਵਰਗਿਆਂ ਦੇ ਬੱਚਿਆਂ ਦੇ ਸਿਲੇਬਸ ਦੇ ਵਿੱਚੋਂ ਚੈਪਟਰ ਕੱਢ ਦਿੱਤੇ ਜਾਣ, ਤਾਂ ਉਹਨਾਂ ਮੌਕਿਆਂ ਦੇ ਉੱਤੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਹਜੇ ਸੱਤਾ ਭਾਵੇਂ ਆਦਮੀ ਸਾਡੇ ਲੋਕ ਬੈਠੇ ਨੇ ਸੱਤਾ ਤੇ, ਲੇਕਿਨ ਇਸ਼ਾਰਾ ਹਜੇ ਬਾਹਰਲਾ ਚੱਲ ਰਿਹਾ ਹੈ। ਲੇਕਿਨ ਅਗਰ ਅੱਜ ਕਾਨੂੰਨ ਰੱਦ ਹੋ ਵੀ ਜਾਂਦੇ ਹੈ, ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੁਬਾਰਾ ਫਿਰ ਅਜਿਹੇ ਕਾਨੂੰਨ ਲੈ ਕੇ ਆਵੇਗੀ ਹੀ ਆਵੇਗੀ। ਕਿਉਂ? ਕਿਉਂਕਿ ਸਰਕਾਰ ਦੀ ਭਾਵਨਾ ਇਹ ਹੈ ਗੈਟ ਲਾਗੂ ਕਰਨਾ ਹੈ, ਔਰ ਗੈਟ ਦੇ ਅੰਦਰ ਇਹ ਗੱਲਾਂ ਦਰਜ ਨੇ ਕਿ ਇਸ ਲੋਕਾਂ ਨੂੰ MSP ਨਹੀਂ ਦੇਣੀ। ਅੰਦੋਲਨ ਚੱਲ ਰਹੇ ਨੂੰ ਅੱਜ ਮਤਲਬ ਸਾਲ ਦੇ ਨੇੜੇ ਤੇੜ ਹੋ ਗਿਆ। ਇੰਨਾ ਟਾਈਮ ਇਹ ਪੋਲੀਟੀਕਲ ਪਾਰਟੀਆਂ ਕਿੱਥੇ ਰਹੀਆਂ? ਅੱਜ ਇਹਨਾਂ ਨੂੰ ਕਿਉਂ ਕਿਸਾਨ ਦਿਸਣ ਲੱਗੇ ਆ? ਜਿੰਨਾ ਚਿਰ ਗੈਟ ਰਹੇਗਾ ਉਹਨਾਂ ਚਿਰ ਇਹ ਕਾਨੂੰਨ ਕਿਸੇ ਨਾ ਕਿਸੇ ਰੂਪ 'ਚ ਸਾਡੇ ਸਾਹਮਣੇ ਆਉਂਦੇ ਹੀ ਰਹਿਣਗੇ, ਔਰ ਦੇਸ਼ ਨੂੰ ਗੁਲਾਮ ਕਰਨ ਦੀ ਜਿਹੜੀ ਨੀਤੀ ਹੈ ਉਹ ਜਾਰੀ ਰਹੂਗੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪ੍ਰੀਤ ਸਿੰਘ ਵਾਲ ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ। ਇਸ ਸਮੇਂ ਅਸੀਂ ਬੰਗਾ ਦੇ ਮੰਡੀ ਦੇ ਵਿੱਚ ਖੜੇ, ਜਿੱਥੇ ਕਿ ਅੱਜ ਸ਼ਹੀਦੀ ਦਿਹਾੜਾ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ ਜੀ ਉਹਨਾਂ ਦਾ, ਤੇ ਜਿੱਥੇ ਕਿਸਾਨ ਯੂਨੀਅਨ ਵੀ ਜਿਹੜੀ ਇਕੱਠੀ ਹੋਈ ਹੈ, ਉਹਨਾਂ ਨੇ ਮੋਰਚਾ ਇਕੱਠਿਆ, ਮਹਾ ਪੰਚਾਇਤ ਰਚੀ ਸੀ। ਮੇਰੇ ਨਾਲ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ। ਸਭ ਤੋਂ ਪਹਿਲਾਂ ਸਵਾਲ ਮੇਰਾ ਇਹ ਹੋਊਗਾ ਕਿ ਸ਼ਹਾਦਤ ਨੂੰ, ਇੱਕ ਭਗਤ ਸਿੰਘ ਦੀ ਸ਼ਹਾਦਤ ਸੀ ਜਿਹੜੀ ਕਿੰਨੇ ਸਾਲ ਹੋ ਗਏ, ਉਹਨਾਂ ਨੇ ਸ਼ਹਾਦਤ ਦਿੱਤੀ ਸੀ ਜ਼ਬਰ ਜ਼ੁਲਮ ਦੇ ਖਿਲਾਫ। ਉਹ ਵੀ ਹਕੂਮਤ ਸੀ, ਹਕੂਮਤ ਫੇਰ ਵੀ ਹੈ, ਸ਼ਹਾਦਤਾਂ ਆਪਣੀ ਵੀ 300 ਤੋਂ ਉੱਤੇ ਹੋ ਚੁੱਕੀਆਂ ਨੇ। ਜੇ ਬਦਲਿਆ ਤਾਂ ਬਦਲਿਆ ਕੀ? ਅੱਜ ਦੇਖਿਆ ਜਾਵੇ ਤਾਂ ਅੱਜ ਕੁੱਖ ਵੀ ਨਹੀਂ ਬਦਲਿਆ। ਜੋ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੀ ਸੋਚ ਜੋ ਕਹਿ ਕੇ ਗਏ ਆ ਕਿ ਲੋਕਾਂ ਨੂੰ ਹਜੇ ਆਜ਼ਾਦੀ ਦੀ ਲੜਾਈ ਲੜਨੀ ਪੈਣੀ ਹੈ ਨਾ, ਉਹ ਲੜਾਈ ਸਾਡੇ ਸਾਹਮਣੇ ਖੜੀ ਹੈ। ਅੱਜ ਸਾਡਾ ਦੇਸ਼ ਆਜ਼ਾਦ ਨਹੀਂ। ਜਦੋਂ ਸਾਡੇ ਦੇਸ਼ ਦੇ ਅੰਦਰ ਬਾਹਰੀ ਤਾਕਤਾਂ ਦੇ ਇਸ਼ਾਰਿਆਂ ਤੇ ਦੇਸ਼ ਦੇ ਪ੍ਰਿੰਸੀਪਲ ਸੈਕਟਰੀ ਵਰਗੇ ਅਹੁਦੇਦਾਰਾਂ ਨੂੰ ਬਦਲਿਆ ਜਾਂਦਾ ਹੋਵੇ, ਜਦੋਂ ਇੱਥੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਵਰਗਿਆਂ ਦੇ ਬੱਚਿਆਂ ਦੇ ਸਿਲੇਬਸ ਦੇ ਵਿੱਚੋਂ ਚੈਪਟਰ ਕੱਢ ਦਿੱਤੇ ਜਾਣ, ਤਾਂ ਉਹਨਾਂ ਮੌਕਿਆਂ ਦੇ ਉੱਤੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਹਜੇ ਸੱਤਾ ਭਾਵੇਂ ਆਦਮੀ ਸਾਡੇ ਲੋਕ ਬੈਠੇ ਨੇ ਸੱਤਾ ਤੇ, ਲੇਕਿਨ ਇਸ਼ਾਰਾ ਹਜੇ ਬਾਹਰਲਾ ਚੱਲ ਰਿਹਾ ਹੈ। ਉਹਨਾਂ ਇਸ਼ਾਰਿਆਂ ਨੂੰ ਰੋਕਣ ਵਾਸਤੇ ਸਾਨੂੰ ਅੱਜ ਬਹੁਤ ਵੱਡੀ ਹਜੇ ਏਕਤਾ ਦੀ ਲੋੜ ਹੈ, ਔਰ ਜਿਹਦੇ ਵਿੱਚ ਮੈਂ ਤਾਂ ਇਹ ਸਮਝੂੰਗਾ ਕਿ ਸਾਡਾ ਜਿਹੜਾ ਯੂਥ ਹੈ, ਕਿਉਂਕਿ ਅਸੀਂ ਤਾਂ ਲੜ ਚੁੱਕੇ ਹਾਂ, ਸਾਡਾ ਤਾਂ ਸਮਾਂ ਲੰਘ ਗਿਆ। ਹੁਣ ਜਿਹੜੀ ਜ਼ਮੀਨੀ ਲੜਾਈ ਆ, ਅੰਦੋਲਨ ਅਸੀਂ ਲੜ ਲਾਂਗੇ, ਲੇਕਿਨ ਅਗਰ ਅੱਜ ਕਾਨੂੰਨ ਰੱਦ ਹੋ ਵੀ ਜਾਂਦੇ ਹੈ, ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੁਬਾਰਾ ਫਿਰ ਅਜਿਹੇ ਕਾਨੂੰਨ ਲੈ ਕੇ ਆਵੇਗੀ ਹੀ ਆਵੇਗੀ। ਕਿਉਂ? ਕਿਉਂਕਿ ਸਰਕਾਰ ਦੀ ਭਾਵਨਾ ਇਹ ਹੈ ਕਿ ਗੈਟ ਲਾਗੂ ਕਰਨਾ ਹੈ, ਔਰ ਗੈਟ ਦੇ ਅੰਦਰ ਇਹ ਗੱਲਾਂ ਦਰਜ ਨੇ ਕਿ ਇਸ ਲੋਕਾਂ ਨੂੰ MSP ਨਹੀਂ ਦੇਣੀ, ਔਰ ਉਹਦੇ ਚੋਂ ਨਿਕਲ ਕੇ ਕਾਨੂੰਨ ਆ ਰਿਹਾ ਹੈ। ਜਿੰਨਾ ਚਿਰ ਗੈਟ ਦਾ ਫਾਹਾ ਨਹੀਂ ਵੱਢੀਦਾ, ਉਹਨਾਂ ਚਿਰ ਅਜਿਹੇ ਕਾਨੂੰਨ ਆਉਂਦੇ ਹੀ ਰਹਿਣਗੇ, ਔਰ ਉਹ ਗੈਟ ਦਾ ਫਾਹਾ ਵੱਢਣ ਦੇ ਲਈ ਸਾਡੇ ਦੇਸ਼ ਨੂੰ, ਦੇਸ਼ ਦੇ ਲੋਕਾਂ ਨੂੰ, ਯੂਥ ਨੂੰ ਖਾਸ ਕਰਕੇ ਇਕਜੁੱਟ ਹੋ ਕੇ ਵੱਡੀ ਲੜਾਈ ਲੜਨ ਦੀ ਲੋੜ ਹੈ, ਔਰ ਉਹਦੀ ਤਿਆਰੀ ਕਰਨੀ ਚਾਹੀਦੀ ਹੈ। ਯੂਥ ਦੀ ਗੱਲ ਕੀਤੀ, ਸਟੇਜ ਤੋਂ ਵੀ ਯੂਥ ਦੀ ਗੱਲ ਕੀਤੀ। ਯੂਥ ਨੂੰ ਮੋਢੀ ਮੰਨਿਆ ਜਾਂਦਾ, ਕਹਿੰਦੇ ਕਿ ਚੌਥਾ ਥੰਮ ਮੰਨਿਆ ਜਾਂਦਾ ਵੀ ਇਸ ਮੋਰਚੇ ਦਾ। ਯੂਥ ਨਾਲ ਜੁੜ ਰਿਹਾ, ਆ ਰਿਹਾ, ਹੁੰਗਾਰਾ ਦੇ ਰਿਹਾ। ਦੇਖੋ ਤੁਸੀਂ ਅੱਜ ਦੇਖਿਆ ਹੈ, ਯੂਥ ਵੱਡੀ ਪੱਧਰ ਦੇ ਉੱਤੇ ਆਇਆ ਹੈ, ਯੂਥ ਜੁੜ ਵੀ ਰਿਹਾ, ਐਸੀ ਗੱਲ ਨਹੀਂ ਹੈ। ਹੁਣ ਕਹਾਣੀ ਕੀ ਹੈ, ਬਰੀਕੀ ਨਾਲ ਸਮਝ ਗਏ ਜੇਕਰ ਗੱਲ ਨੂੰ, ਕਿ ਯੂਥ ਨੂੰ ਦੀ ਜਿਹੜੀ ਉਮਰ ਹੈ, ਇੱਕ ਉਮਰ ਦਾ ਜਿਹੜਾ ਗੈਪ ਹੈ, ਅਸੀਂ ਸੋਚਦੇ ਹਾਂ ਕਿ ਅੰਦੋਲਨ ਸ਼ਾਂਤਮਈ ਲੜਿਆ ਜਾਵੇ। ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਇਹ ਸੋਚ ਨਾਲ ਕਿ ਅਸੀਂ ਜ਼ਮੀਨ ਰੱਖਣੀ ਹੈ। ਜ਼ਮੀਨ ਕਿਹਦੇ ਲਈ ਰੱਖਣੀ ਹੈ? ਬੱਚਿਆਂ ਲਈ। ਮੈਂ ਉਹਦੇ ਪੁੱਤ ਲਈ ਰੱਖਣੀ ਹੈ, ਮੈਂ ਉਹਦੇ ਪੋਤਰੇ ਲਈ ਰੱਖਣੀ ਹੈ। ਲੇਕਿਨ ਜੇਕਰ ਮੈਂ ਅਵੇਅਰਨੈਸ ਦੇ ਨਾਲ ਲੜਾਈ ਨਾ ਲੜੂੰਗਾ, ਤੇ ਜੇ ਮੇਰਾ ਪੁੱਤ ਹੀ ਨਾ ਬਚਿਆ ਤੇ ਮੇਰਾ ਪੋਤਰਾ ਹੀ ਮਰ ਗਿਆ ਅੰਦੋਲਨ 'ਚ, ਤਾਂ ਮੈਂ ਜ਼ਮੀਨ ਰੱਖ ਕੇ ਕੀ ਕਰਨੀ ਹੈ? ਸੋ ਸਾਨੂੰ ਇਹ ਸੋਚ ਕੇ ਲੜਨਾ ਚਾਹੀਦਾ ਹੈ ਕਿ ਸਾਡਾ ਲਾਸ ਘੱਟ ਹੋਵੇ, ਮੁਨਾਫਾ ਜ਼ਿਆਦਾ ਹੋਵੇ, ਲਾਭ ਜ਼ਿਆਦਾ ਹੋਵੇ, ਜਿੱਤ ਵੱਡੀ ਹੋਵੇ। ਇਹ ਸਾਡੀ ਇਹ ਸੋਚ ਹੈ ਉਮਰ ਦੇ ਮੁਤਾਬਕ। ਜਿਹੜਾ ਯੂਥ ਹੈ, ਯੂਥ ਦਾ ਥੋੜ੍ਹਾ ਜਿਹੜਾ ਉਮਰ ਦਾ ਗੈਪ ਹੈ, ਜੋਸ਼ ਹੈ, ਉਹ ਚਾਹੁੰਦੇ ਨੇ ਅੱਜ ਹੀ ਸਾਰਾ ਕੁਝ ਹੋ ਜਾਣਾ ਚਾਹੀਦਾ ਹੈ। ਉਹ ਫੈਸਲਾ ਤੁਰੰਤ ਕਰਨ ਦੀ ਭਾਵਨਾ ਹੈ। ਲੜਾਈ ਲੜਨ ਦੇ ਵਿੱਚ ਉਹਨਾਂ ਦੀ ਕੋਈ ਭਾਵਨਾ ਮਾੜੀ ਨਹੀਂ ਹੈ। ਲੜਾਈ ਉਹ ਜਿੱਤਣੀ ਚਾਹੁੰਦੇ ਆ, ਲੇਕਿਨ ਉਹ ਫਟਾਫਟ ਜਿੱਤਣੀ ਚਾਹੁੰਦੇ ਆ, ਔਰ ਸਾਨੂੰ ਪਤਾ ਵੀ ਜਦੋਂ ਫਟਾਫਟ ਲੜਾਈ ਜਿੱਤਦੇ ਆ, ਜਿੱਤਣ ਵਾਲੀ ਭਾਵਨਾ ਨਾਲ ਚੱਲਾਂਗੇ, ਨੁਕਸਾਨ ਵੱਡਾ ਹੋਏਗਾ, ਔਰ ਲੜਾਈ ਹੋ ਸਕਦਾ ਅਸੀਂ ਜਿੱਤ ਨਾ ਸਕੀਏ। ਡੱਲੇਵਾਲ ਸਾਹਿਬ, ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਸਰਕਾਰ ਨਾਲ ਗੱਲਬਾਤ ਬੰਦ ਹੈ, ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਗੱਲਬਾਤ ਸ਼ੁਰੂ ਹੋ ਸਕਦੀ ਹੈ, ਮੁੜ ਤੋਂ ਦੁਬਾਰਾ ਮੀਟਿੰਗ ਹੋ ਸਕਦੀ ਹੈ। ਤੁਸੀਂ ਦੇਖਿਆ ਹੋਏਗਾ ਕਿ ਜਦੋਂ ਦੇ ਆਹ ਇਕੱਠ ਹੋਣੇ ਸ਼ੁਰੂ ਹੋਏ ਹੈ, ਬੀਜੇਪੀ ਨੂੰ ਅੰਦਰ ਹਲਚਲ ਹੋਈ ਹੈ,
ਔਰ ਵੱਡੇ ਵੱਡੇ ਲੀਡਰ ਆ ਜਿਹੜੇ ਉਹ ਕਿਸਾਨਾਂ ਦੇ ਹੱਕ 'ਚ ਬਿਆਨ ਦੇਣੇ ਸ਼ੁਰੂ ਕਰਤੇ ਉਹਨਾਂ ਨੇ। ਤਾਂ ਇਹਨਾਂ ਬਿਆਨਾਂ ਤੋਂ ਹੀ ਗੱਲਬਾਤ ਦਾ ਸੱਦਾ ਨਿਕਲ ਕੇ ਆਉਣਾ ਹੈ। ਤੁਸੀਂ ਦੇਖੋਗੇ ਇਸੇ ਹਿਲਚੁਲ ਨਾਲ ਹੀ ਕਿਸਾਨਾਂ ਦੇ ਜਿਹੜੇ ਕਾਨੂੰਨ ਆ ਉਹ ਰੱਦ ਹੋਣੇ ਆ। ਜੀ ਮਹਾਂ ਪੰਚਾਇਤਾਂ ਦਾ ਦੌਰ ਜਾਰੀ ਹੈ। ਮੈਂ ਦੱਸੀ ਜਾਵਾਂ ਹੁਣ 22 ਦੀ ਚੋਣਾਂ ਵੀ ਕੋਲ ਨੇ। ਸਿਆਸੀ ਰੰਜਿਸ਼ਾਂ ਹੁਣ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ, ਚਾਹੇ ਆਮ ਆਦਮੀ ਹੈ, ਕਾਂਗਰਸ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਹੈ, ਹੁਣ ਮਹਾਂ ਪੰਚਾਇਤਾਂ ਜਿਵੇਂ ਬੀਤੇ ਦਿਨ ਬਾਘਾ ਪੁਰਾਣਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ ਹੋਈ ਸੀ। ਨਾਮ ਤਾਂ ਸੀਗਾ ਕਿ ਕਿਸਾਨ ਮਹਾਂ ਪੰਚਾਇਤ, ਪਰ ਉਸ ਦੇ ਵਿੱਚ ਕਿਸਾਨਾਂ ਦੀ ਗੱਲ ਤਾਂ ਸਿਰਫ 2-3 ਮਿੰਟ ਕੀਤੀ। ਉਸ ਤੋਂ ਬਾਅਦ ਸਾਰੀ ਜਿਹੜੀ ਸੀਗੀ ਉਸ ਸਿਆਸਤੀ ਤੀਰ ਜਿਹੜੇ ਛੱਡੇ ਗਏ। ਦੇਖੋ ਮੈਂ ਇੱਕ ਗੱਲ ਕਰਾਂ, ਸਾਡੀ ਜ਼ਮੀਨ ਲੈ ਰਹੇ ਨੇ ਅਡਾਨੀ ਤੇ ਅਬਾਨੀ, ਬੜਾ ਕਲੀਅਰ ਤੇ ਸਪਸ਼ਟ ਹੈ। ਜਦੋਂ ਅਡਾਨੀ ਅਬਾਨੀ ਸਾਡੀ ਜ਼ਮੀਨ ਲੈ ਰਹੇ ਹੈ ਤੇ ਸਾਡਾ ਪੂਰਾ ਦੇਸ਼ ਇਹਨਾਂ ਦਾ ਵਿਰੋਧ ਕਰ ਰਿਹਾ ਹੈ, ਇਹਨਾਂ ਦਾ ਬਾਈਕਾਟ ਕਰ ਰਿਹਾ ਇਹਨਾਂ ਦੇ ਪ੍ਰੋਡਕਟਾਂ ਦਾ। ਤਾਂ ਸਾਡੀ ਸਰਕਾਰ ਕੀ ਕਰ ਰਹੀ ਹੈ ਕਿ ਉਹਨਾਂ ਦਾ ਜੀਓ ਸਿਮਦਾਰ ਦੁਬਾਰਾ ਬਿਜਲੀ ਬੋਰਡ ਦੇ ਅਧਿਕਾਰੀਆਂ ਵਾਸਤੇ, ਮੁਲਾਜ਼ਮਾਂ ਵਾਸਤੇ ਲਾਜ਼ਮੀ ਕਰ ਰਹੇ ਵੀ ਤੁਸੀਂ ਇਹੀ ਵਰਤਣੇ ਹੈ। ਤਾਂ ਇਹਦੇ ਤੋਂ ਚਿਹਰਾ ਨਜ਼ਰ ਆਉਂਦਾ ਹੈ ਕਿ ਦੇਸ਼ ਦੇ ਅੰਦੋਲਨ ਦੇ ਵਿੱਚ ਇਹਨਾਂ ਦਾ ਕਿੰਨਾ ਕੁ ਪਾਰਟਿਸਪੇਸ਼ਨ ਹੈ। ਅੰਦੋਲਨ ਚੱਲ ਰਹੇ ਨੂੰ ਅੱਜ ਮਤਲਬ ਸਾਲ ਦੇ ਨੇੜੇ ਤੇੜ ਹੋ ਗਿਆ। ਇੰਨਾ ਟਾਈਮ ਇਹ ਪੋਲੀਟੀਕਲ ਪਾਰਟੀਆਂ ਕਿੱਥੇ ਰਹੀਆਂ? ਅੱਜ ਇਹਨਾਂ ਨੂੰ ਕਿਉਂ ਕਿਸਾਨ ਦਿਸਣ ਲੱਗੇ ਆ? ਅੱਜ ਰੈਲੀ ਦੇ ਵਿੱਚ ਕਿਸਾਨਾਂ ਦਾ ਨਾਂ ਕਿਉਂ ਲੱਗਾ? ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਸ ਅੰਦੋਲਨ ਨੇ ਪੋਲੀਟੀਕਲ ਲੋਕਾਂ ਦੀ ਜਿਹੜੀ ਏਮਐਸ ਸੀ ਉਹ ਜਿਸ ਤਰ੍ਹਾਂ ਦੀ ਹੋਈ ਹੈ ਉਹਦੇ ਤੋਂ ਭੜਕ ਗਏ ਇਹ ਲੋਕ। ਉਹ ਹੁਣ ਇਹ ਸੋਚਦੇ ਨੇ ਕਿ ਸ਼ਾਇਦ ਕਿਸਾਨੀ ਦੇ ਨਾਂ ਤੋਂ ਇਸ ਅੰਦੋਲਨ ਦੇ ਵਿੱਚ ਸਾਡੀ ਕੋਈ ਜ਼ਮੀਨ ਖੋਜਣ ਦੀ ਕੋਸ਼ਿਸ਼, ਵੋਟ ਬੈਂਕ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ। ਇਸ ਤੋਂ ਸਿਵਾ ਕੁਝ ਨਹੀਂ। ਕੀ ਲੱਗਦਾ ਕਿੰਨਾ ਕੁ ਲੰਬਾ ਸੰਘਰਸ਼ ਚੱਲ ਸਕਦਾ? ਹੁਣ 26 ਤਰੀਕ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਆ ਵੀ ਪਹਿਲਾਂ 26 ਨਵੰਬਰ ਸੀ, 26 ਮਾਰਚ ਸੀ। ਇਹ 26 ਦਾ ਕੀ ਖਾਸ ਕਾਰਨ ਹੈ ਵੀ 26 ਚੁਣੀ ਜਾਂਦੀ ਹੈ? ਚਲੋ ਇਹਦੇ ਕਈ ਕਾਰਨ ਹੁੰਦੇ ਆ। 26 ਤੋਂ ਸ਼ੁਰੂ ਹੋਇਆ ਸੀ ਤਾਂ 26 ਇੱਕ ਮਤਲਬ ਇੱਕ ਮੇਨ ਬਣ ਗਿਆ। ਜਿਹੜੀ ਮੈਂ ਅਗਲੀ ਗੱਲ ਕਰਦਾ ਹਾਂ ਕਿ ਅੰਦੋਲਨ ਕਿੰਨਾ ਲੰਬਾ ਚੱਲੂ, ਇਹਦੇ ਬਾਰੇ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਸਾਡੀ ਲੜਾਈ WTO ਨਾਲ ਹੈ। WTO ਦੇ ਮਗਰ ਕੌਣ ਖੜਾ ਹੈ? ਅਮਰੀਕਾ ਵਰਗੇ ਦੇਸ਼ ਖੜੇ ਨੇ। ਔਰ ਉਹ ਲੋਕ ਉਹ ਸ਼ਕਤੀਆਂ ਨੇ, ਉਹ ਤਾਕਤਾਂ ਨੇ ਕਿ ਉਹ ਆਪਦੀ ਜਿੱਦ ਤੇ ਆ ਕੇ ਦੇਸ਼ਾਂ ਦੇ ਦੇਸ਼ ਤਬਾਹ ਕਰਨ ਦੀ ਸਮਰੱਥਾ ਰੱਖਦੇ ਨੇ। ਔਰ ਉਹਨਾਂ ਲੋਕਾਂ ਨਾਲ ਸਾਡੀ ਟੱਕਰ ਹੈ। ਔਰ ਇਸ ਸ਼ਕਤੀ ਦੇ ਨਾਲ, ਲੋਕ ਸ਼ਕਤੀ ਦੇ ਨਾਲ ਅਸੀਂ ਉਸ ਤਾਕਤ ਦੇ ਕੋਲੋਂ ਅੱਜ ਕਿਸਾਨੀ ਨੂੰ ਛਡਾਉਣਾ ਹੈ, ਦੇਸ਼ ਦੀ ਜਨਤਾ ਨੂੰ ਛਡਾਉਣਾ ਹੈ। ਕਿਉਂਕਿ ਇਹ ਇਕੱਲੀ ਕਿਸਾਨੀ ਦਾ ਅੰਦੋਲਨ ਨਹੀਂ ਹੈ, ਲੋਕਾਂ ਦੇ ਬੱਚਿਆਂ ਦੇ ਮੂੰਹ ਦੇ ਵਿੱਚ ਪੈਣ ਵਾਲੀ ਹਰ ਗੁਰਾਹੀ ਦਾ ਸਵਾਲ ਹੈ। ਇਹਦੇ ਲਈ ਅਸੀਂ ਲੜ ਰਹੇ ਹਾਂ। ਤੋਂ ਇਸ ਲੜਾਈ ਨੂੰ ਅਸੀਂ ਅਗਰ ਸਮਝ ਕੇ ਸਾਰੇ ਏਕਤਾ ਨਾਲ ਲੜਾਂਗੇ ਤਾਂ ਹਰ ਹਾਲ ਦੇ ਵਿੱਚ ਮੋਦੀ ਨੂੰ ਇਹ ਕਾਨੂੰਨ ਰੱਦ ਕਰਨੇ ਪੈਣੇ ਆ। ਔਰ ਇਹ ਰੱਦ ਹੋਣ ਤੋਂ ਬਾਅਦ ਲੜਾਈ ਨਹੀਂ ਮੁੱਕਣੀ, ਇਹ ਲੜਾਈ ਫਿਰ ਜਾਰੀ ਹੈ। ਕਿਉਂਕਿ ਸਰਕਾਰ ਦੀ ਜਿਹੜੀ ਭਾਵਨਾ ਹੈ ਉਹ ਗੈਟ ਚੋਂ ਬਾਹਰ ਆਉਣ ਦੀ ਨਹੀਂ ਹੈ। ਜਿੰਨਾ ਚਿਰ ਗੈਟ ਰਹੇਗਾ ਉਹਨਾਂ ਚਿਰ ਇਹ ਕਾਨੂੰਨ ਕਿਸੇ ਨਾ ਕਿਸੇ ਰੂਪ 'ਚ ਸਾਡੇ ਸਾਹਮਣੇ ਆਉਂਦੇ ਹੀ ਰਹਿਣਗੇ। ਔਰ ਦੇਸ਼ ਨੂੰ ਗੁਲਾਮ ਕਰਨ ਦੀ ਜਿਹੜੀ ਨੀਤੀ ਹੈ ਉਹ ਜਾਰੀ ਰਹੂਗੀ। ਔਰ ਉਹਦੇ ਤੋਂ ਮਤਲਬ ਦੇਸ਼ ਨੂੰ ਬਚਾਉਣਾ ਹੈ, ਔਰ ਸਾਡੀ ਜ਼ਮੀਨ ਬਚਾਉਣੀ ਹੈ, ਸਾਡੀ ਰੋਜੀ ਰੋਟੀ ਬਚਾਉਣੀ ਹੈ, ਸਾਡੀਆਂ ਆਉਣ ਵਾਲੀਆਂ ਨਸਲਾਂ ਬਚਾਉਣੀਆਂ ਹੈ। ਤਾਂ ਫਿਰ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਪੈਣਾ ਹੈ। ਯੂਥ ਨੂੰ ਖਾਸ ਕਰਕੇ ਮੈਂ ਅਪੀਲ ਕਰਦਾ ਕਿਉਂਕਿ ਇਹ ਲੜਾਈ ਯੂਥ ਦੀ ਲੜਾਈ ਹੈ। ਜੇ ਅਸੀਂ ਜ਼ਮੀਨ ਦੀ ਲੜਾਈ ਲੜ ਰਹੇ ਹਾਂ, ਕਿਹਦੀ ਖਾਤਰ ਲੜ ਰਹੇ ਹਾਂ? ਹਰ ਬੱਚਾ, ਮੰਨ ਲਓ ਮੈਂ ਬਾਪ ਹਾਂ, ਮੈਂ ਉਹਦੇ ਬੱਚੇ ਦੀ ਖਾਤਰ ਲੜ ਰਿਹਾ, ਮੇਰਾ ਬੇਟਾ ਜਾਂ ਕੋਈ ਨੌਜਵਾਨ ਲੜ ਰਿਹਾ ਹੈ, ਉਹ ਆਪਦਾ ਦਾਦਾ ਨਾਲ ਹੈ ਨਾ ਉਹਦਾ। ਤਾਂ ਮੇਰੀ ਬੇਨਤੀ ਹੈ ਕਿ ਜਿਹੜਾ ਯੂਥ ਹੈ, ਯੂਥ ਸਾਡਾ ਹੈ, ਸਾਡਾ ਬੱਚਾ ਹੈ, ਸਾਡਾ ਪੋਤਰਾ ਹੈ। ਨਾਰਾਜ਼ਗੀਆਂ ਹੋ ਸਕਦੀਆਂ ਕਿ ਦਾਦੇ ਦਾ ਪੋਤੇ ਬਿਨਾਂ ਸਰ ਸਕਦਾ ਹੈ? ਉਹਨੂੰ ਤਾਂ ਕਲਾਵੇ 'ਚ ਲੈਣਾ ਹੀ ਪੈਣਾ ਹੈ। ਕੀ ਬਾਪ ਦਾ ਪੁੱਤ ਬਿਨਾਂ ਸਰ ਸਕਦਾ ਹੈ? ਨਹੀਂ ਸਰ ਸਕਦਾ। ਕੀ ਪੁੱਤ ਨੂੰ ਬਾਪ ਬਿਨਾਂ ਸਰ ਸਕਦਾ ਹੈ? ਨਹੀਂ ਸਰ ਸਕਦਾ। ਪੁੱਤ ਨੂੰ ਵੀ ਬਾਪ ਦੇ ਕਦਮਾਂ ਦੇ ਉੱਤੇ ਚੱਲਣਾ ਪੈਣਾ। ਸੋ ਤਕੜੇ ਹੋ ਕੇ ਆਪਾਂ ਸਾਰਿਆਂ ਨੇ, ਯੂਥ ਨੇ, ਇਸ ਲੜਾਈ ਨੂੰ ਜਿੱਤਣਾ। ਨਿੱਕੀਆਂ ਮੋਟੀਆਂ ਗੱਲਾਂ ਨੂੰ ਪਾਸੇ ਕਰਕੇ ਆਪਾਂ ਇੱਕ ਵਾਰੀ ਲੜਾਈ ਜਿੱਤ ਗਏ। ਔਰ ਜਿਵੇਂ ਵੀ ਯੂਥ ਨੂੰ ਅੱਜ ਮਤਲਬ ਮੂਹਰੇ ਆਉਣ ਦੀ ਲੋੜ ਪੈਣੀ ਹੈ, ਉਹ ਤਕੜੇ ਹੋਣ ਦੀ ਲੋੜ ਹੈ। ਸੋ ਇਹ ਸਨ ਜਗਜੀਤ ਸਿੰਘ ਡੱਲੇਵਾਲ ਸਾਹਿਬ, ਜਿਨ੍ਹਾਂ ਦਾ ਕਹਿਣਾ ਸੀਗਾ ਕਿ ਯੂਥ ਨੂੰ ਹੁਣ ਅੱਗੇ ਆਉਣ ਦੀ ਲੋੜ ਹੈ। ਹੋਰ ਅਪਡੇਟਸ ਲਈ ਜੁੜੇ ਰਹੋ ਨੈਕਸਟ ਪੋਸਟ ਚੈਨਲ ਨਾਲ ਤੇ ਦੇਖਦੇ ਰਹੋ ਸਾਡੇ ਨਾਲ।
पंजाब ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।